कि अक्सर साडे भरा घर जाण तो पहले इंज दा मूँह बनाउंदे आ कि भाभी वेख के कोई काम ही ना कवे कि पहले परेशान आ। इहदी की वजह? ये मेरा विआह कराएगा तो मैं तेन सवेरे उठ के दस दियांगा क्यों मूँह बनाउंदे। बन सवर के निकले आए सावन का जब जब महीना। ਵਿਆਹ ਤੋਂ ਬਾਅਦ ਤੇ ਉਹ ਹਾਲ ਹੁੰਦਾ ਐਂ ਕਰਕੇ ਗੁੱਤ ਸਿਖਾਉਂਦੀਆਂ ਹੁੰਦੇ ਬੰਦਾ ਕਹਿੰਦਾ ਬੇਟਾ ਦੇਖੋ ਰਿਚ ਕਾ ਤਮਾਸ਼ਾ ਲਗਾ ਹੈ ਆ ਤੂੰ ਮੁੰਨ ਕੇ ਰੱਖ ਭੂਤ ਨਹੀਂ ਦਿਆ ਉਹਨੇ ਸਾਨੂੰ ਤੁੰਨ ਕੇ ਰੱਖ ਦਿੱਤਾ। 1000 ਰੁਪਇਆ ਖਰਚਾ ਹੁੰਦਾ ਤੇ ਮੰਗਦੀ 1500 ਕਿੱਥੋਂ ਲਿਆਈਏ। अस्सलाम वालेकुम, मैं नईम शौकी ਤਾਂ ਤੁਸੀਂ ਵੇਖ ਰਹੇ ਹੋ ਫਨਕਾਰੀਆਂ। ਵਕਾਰ ਉਰ ਵਿੱਕੀ ਬਾਬੂ ਨੂੰ ਤੁਸੀਂ ਪਸੰਦ ਇੰਨਾ ਕਰਦੇ ਹੋ, ਥੱਲੇ ਲਿਖਦੇ ਇੰਨਾ ਹੋ ਕਿ ਸਾਨੂੰ ਬਾਰ-ਬਾਰ ਚੁੰਗੀ ਅਮਰ ਸਿੱਧੂ ਆਉਣਾ ਪੈਂਦਾ। ਅੱਜ ਅਸੀਂ ਫੇਰ ਵਕਾਰ ਸਾਹਿਬ ਵੱਲੇ ਆਏ ਆ। ਐਂਡ ਤੱਕ ਹੱਸਣਾ ਚਾਹੁੰਦੇ ਹੋ ਤੇ ਵੀਡੀਓ ਪੂਰਾ ਵੇਖਣਾ, ਆਓ ਮੇਰੇ ਨਾਲ। ਅੱਜ ਦਾ ਸਵਾਲ ਅਸੀਂ ਇਹ ਲੈ ਕੇ ਆਏ ਆ ਕਿ ਅਕਸਰ ਸਾਡੇ ਭਰਾ ਘਰ ਜਾਣ ਤੋਂ ਪਹਿਲੇ ਇੰਜ ਦਾ ਮੂੰਹ ਬਣਾਉਂਦੇ ਆ ਕਿ ਭਾਬੀ ਵੇਖ ਕੇ ਕੋਈ ਕੰਮ ਹੀ ਨਾ ਕਵੇ ਕਿ ਪਹਿਲੇ ਪਰੇਸ਼ਾਨ ਆ। ਇਹਦੀ ਕੀ ਵਜ੍ਹਾ? ਇਹ ਮੇਰਾ ਵਿਆਹ ਕਰਾਏਗਾ ਤਾਂ ਮੈਂ ਤੈਨੂੰ ਸਵੇਰੇ ਉੱਠ ਕੇ ਦੱਸ ਦਿਆਂਗਾ ਕਿਉਂ ਮੂੰਹ ਬਣਾਉਂਦੇ। ਨਹੀਂ, ਕੁਐਸਚਨ ਇਹ ਵੇ ਕਿ ਬੰਦੇ ਘਰ ਜਾ ਕੇ ਇੰਜ ਦਾ ਮੂੰਹ ਕਿਉਂ ਬਣਾਉਂਦੇ ਨੇ ਕਿ ਭਾਬੀ ਕੋਈ ਹੋਰ ਕੰਮ ਨਾ ਕਹਿ ਦੇ। ਮੇਰੇ ਅੱਗੇ ਨਾ ਵਿਆਹ ਦਾ ਨਾ ਲਿਆ ਕਰ ਮੇਰੇ ਅੱਗੇ। ਵਜ੍ਹਾ ਮੈਂ ਸਿਹਰਾ ਕੋਨਾ ਉਹਨਾਂ ਪਿੱਛੇ ਰੋਟੀ ਖਾ ਕੇ ਨਿਕਲ ਜਾਂਦੇ। ਸਾਡਾ ਤੇ ਅੱਜ ਤੱਕ ਵਿਆਹ ਹੋਇਆ ਹੀ ਨਹੀਂ। ਅਸੀਂ ਤੇ ਵਿਆਹ ਦਾ ਖਾਬ ਵੇਖਦੇ ਹੋਈ ਅੰਮੀ ਠਾ ਕੇ ਕਹਿੰਦੀ ਪੁੱਤ ਸਕੂਲੇ ਨਹੀਂ ਜਾਣਾ। ਅਜੀਬੋ ਗਰੀਬ ਜਿਹਾ ਤੇ ਹਾਲ ਆ ਯਾਰ। ਨਹੀਂ, ਤੁਹਾਨੂੰ ਇਹ ਪੁੱਛ ਰਿਹਾ ਕਿ ਜਦੋਂ ਬੰਦਾ ਘਰ ਜਾਂਦਾ ਹੈ ਉਹ ਕਿਉਂ ਐਡਾ ਨਰਵਸ ਮੂੰਹ ਬਣਾਉਂਦਾ ਕਿ ਬੁੱਢੀ ਕੋ ਹੋਰ ਕੰਮ ਨਾ ਕਹਿ ਦੇ ਕਿ ਫਲਾਣਾ ਕੰਮ ਹੀ ਕਰ ਗਿਆ, ਇਹ ਵੀ ਕਰ ਗਿਆ। ਉੱਥੇ ਬੁੱਢੀਆਂ ਅੱਗੋਂ ਕਿਹੜੀਆਂ ਕੋ ਸਿੱਧੀਆਂ ਨੇ। ਉਹ ਨਾ ਮਰਾਦਾ ਸਾਰੀ ਦਿਹਾੜੀ ਚੁੱਲਾ ਚੌਂਕਾ ਭੈਣਾਂ ਧੀਆਂ ਸਾਡੀਆਂ ਕਰ ਕਰਕੇ ਪਸੀਨੇ 'ਚ ਸ਼ਰਾਬੂਰ ਹੋ ਜਾਂਦੀਆਂ। ਹੁਸਨ ਦਾ ਬੇੜਾ ਕਰ ਕੋਈ ਆਉਂਦਾ ਤੇ ਬੰਦਾ ਜਿਸਲੇ ਐਂ ਕਰਕੇ ਆਉਂਦਾ ਉਹ ਨਾਲ ਹੀ ਵੇਖਦਿਆਂ ਕਹਿੰਦਾ ਪਾਸ ਹੋ ਗਿਆ ਤੂੰ ਅੱਜ ਫੇਰ ਆ ਗਿਆ। ਬੁੱਢੀਆਂ ਵੀ ਕੋ ਬਣ ਠਣ ਕੇ ਰਹਿਣ ਤੇ ਬੰਦੇ ਨੂੰ ਕੋਈ ਪਤਾ ਲੱਗੇ ਨਾ ਕਿ ਯਾਰ ਵਾਕਈ ਕੋਈ ਗੱਲ ਹੈ ਆ। ਕੋਈ ਅੱਲਾ ਦੇ ਬੰਦੇ ਜਦੋਂ ਵਿਆਹ ਕਰਦਾ ਉਦੋਂ ਜਲੀਨਾ ਜੋਲੀ ਹੁੰਦੀ। ਜਦੋਂ ਕੋਈ 2 ਦਿਨ ਲੰਘ ਜਾਂਦੇ ਨੇ ਉਹ ਮਾਈ ਬਲਕੀਸ ਤੋਂ ਵੀ ਭੈੜੀ ਹੁੰਦੀ। ਬੰਦਾ ਉਹਨੂੰ ਕਹਿੰਦਾ ਹੁੰਦਾ ਮਾਸੀ ਮੀਦਾ ਤੂੰ ਮੇਰੇ ਨਾਲ ਗਲਤ ਗੱਲ ਕਰਨ ਡਈ। ਇਹ ਕਈ ਬੁੱਢੀਆਂ ਨੂੰ ਤੇ ਐਸਾ ਬੇੜਾ ਗਰਕ ਹੁੰਦਾ ਬੈਠੇ ਮੁੱਛਾਂ ਨਿਕਲ ਆਉਂਦੀਆਂ ਨੇ। ਉਹ ਆਪਣੇ ਬੰਦੇ ਨੂੰ ਕਹਿੰਦੀ ਹੁੰਦੀਆਂ ਵੇ ਭਾਜੀ ਰਿਹਾ ਬੰਦੇ ਦਾ ਪੁੱਤ ਬਣ ਵੇ। ਐਸੀਆਂ ਨਾ ਮੁਰਾਦਾਂ ਨੇ। ਇਹ ਵਿਆਹ ਤੋਂ ਪਹਿਲਾਂ ਹੀ ਔਰਤ ਸੋਹਣੀ ਲੱਗਦੀ ਤੁਝੇ ਦੇਖਾ ਤੂੰ ਜਾਨਾ ਸਨਮ ਫਲਾਨ ਢੀਂਗ ਇਧਰ ਉਧਰ। ਵਿਆਹ ਤੋਂ ਬਾਅਦ ਤੇ ਉਹ ਹਾਲ ਹੁੰਦਾ ਐਂ ਕਰਕੇ ਗੁੱਤ ਸਿਖਾਉਂਦੀਆਂ ਹੁੰਦੇ ਬੰਦਾ ਕਹਿੰਦਾ ਬੇਟਾ ਦੇਖੋ ਰਿਚ ਕਾ ਤਮਾਸ਼ਾ ਲਗਾ ਹੈ। ਆਪਣੀ ਬੁੱਢੀ 4 ਸਾਲਾਂ ਬਾਅਦ ਭੈਣ ਵਰਗੀ ਲੱਗਣ ਲੱਗ ਪੈਂਦੀ। ਨਹੀਂ ਭੈਣ ਮੇਰੀ ਟਲ ਜਾ। ਇਸ ਲਈ ਤੁਹਾਡੇ ਕੋਲ ਬਾਰ-ਬਾਰ ਆਈਦਾ, ਮਜ਼ਾ ਬਹੁਤ ਆਉਂਦਾ ਹੈ। ਮਜ਼ਾ ਬਹੁਤ ਆਉਂਦਾ। ਪਿਛਲੀ ਵਾਰ ਵੀ ਤੈਨੂੰ ਕਿਹਾ ਸੀ ਮੈਂ ਝੋਲੀ ਬਹਿ ਕੇ ਇੰਟਰਵਿਊ ਦੇਣਾ। ਜਿਹੜਾ ਮਜ਼ਾ ਆਉਂਦਾ ਕਾਹਦਾ ਮਜ਼ਾ ਆਉਂਦਾ ਮੇਰਾ ਕੀ ਮੈਂ ਮਿਰਚ ਮਸਾਲਾ ਲਾਇਆ। ਅੱਛਾ ਜੀ ਵਿੱਕੀ ਬਾਈ, ਇੱਕ ਪਰਸਨਲ ਜਿਹਾ ਸਵਾਲ ਤੁਹਾਡੇ ਨਾਲ ਕਰੋ ਜੀ। ਤੁਹਾਡੀ ਆਮਦ ਬੜੀ ਤੇਜ਼ ਹੈ, ਤੁਸੀਂ ਗਾਉਂਦੇ ਬੜਾ ਅੱਛਾ, ਮਿਮਿਕਰੀ ਬੜੀ ਅੱਛੀ ਕਰਦੇ ਹੋ, ਇਹਦੀ ਕੋਈ ਖਾਸ ਵਜ੍ਹਾ ਕੀ ਹੈ? ਇਹਦੀ ਖਾਸ ਵਜ੍ਹਾ ਇਹੋ ਹੀ ਆ ਕਿ ਅਸੀਂ ਹੈ ਤੇ ਤੇਲੀ ਆ। ਮੈਨੂੰ ਸ਼ੁਰੂ ਤੋਂ ਹੀ ਸ਼ੌਕ ਸੀ ਗਾਉਣ ਦਾ, ਫਨਕਾਰ ਬਣਦਾ। ਮੈਂ 2.5 ਸਾਲ ਦਾ ਸਾਂ। ਮੇਰੀ ਫੁੱਫੀ ਵੱਡੀ ਦੀ ਸ਼ਾਦੀ ਸੀ। ਅੱਛਾ। ਇਹ ਦਾਦਾ ਜੀ ਗਵਾਹ ਨੇ ਦੱਸਣਗੇ। ਮੈਂ ਉਦੋਂ ਜੱਗ ਵਜਾ ਕੇ ਆਰ ਫਲੋਹਾਰ ਨੂੰ ਗਾ ਰਿਹਾ ਸਾਂ। ਤੋਂ ਦਾਦਾ ਜੀ ਐਡੇ ਸਿੱਧੇ ਨੇ। ਇਹ ਮੈਨੂੰ ਕਹਿੰਦੇ ਹਨ ਪੁੱਤਰ ਜੇ ਤੂੰ ਨੈਸਣ ਭੱਟੀ ਨੂੰ ਗਾ ਲਿਆ ਤਾਂ ਸਭ ਨੂੰ ਗਾ ਲਏਗਾ। ਤੇ ਭੱਟੀ ਸਾਹਿਬ ਵੱਡੀ ਦੁਨੀਆ ਮਾਸ਼ਾਅੱਲਾ ਗਾਉਂਦੇ ਹੀ ਸਨ ਜਿਵੇਂ 12 ਮਹੀਨੇ ਸਰਦੀ 'ਚ ਗਾਉਣ ਡਣੇ। ਹੂ ਚੰਨ ਮੇਰੇ ਮੱਖਣਾ। ਵੈਸੇ ਭੱਟੀ ਸਾਹਿਬ ਦਾ ਜ਼ਰਾ ਹੋ ਜੇ ਦੋ ਅੰਤਰ। ਲੱਖ ਨੇ ਅਦਾਵਾਂ ਤੇ 1000 ਤੇਰਾ ਨਖਰਾ ਨੀ। ਲੱਖ ਨੇ ਅਦਾਵਾਂ ਲੱਖ ਨੇ ਅਦਾਵਾਂ ਤੇ 1000 ਤੇਰਾ ਨਖਰਾ। ਹੁਸਨ ਤੇ ਗਰੂਰ ਦਾ ਹਿਸਾਬ ਤੋਂ ਵੱਖਰਾ ਨੀ। ਹੁਸਨ ਤੇ ਗਰੂਰ ਦਾ ਹਿਸਾਬ ਤੋਂ ਵੱਖਰਾ। ਢੋਰ ਤੇਰੀ ਵੇਖ ਕੇ ਤੇ ਨਦੀ ਜਾਵੇ ਰੁਕਨੀ। ਮੇਰੀ ਕੋਡੀਕ ਨਾਲ ਜਾਵੇਂਗੀ ਤੂੰ ਮੁਕਨੀ। ਨਸ਼ੇ ਦੀ ਬੋਤਲੇ ਨਾ ਇੰਨੀ ਅੱਤ ਚੁੱਕਨੀ। ਮੇਰੀ ਕੋਡੀਕ ਨਾਲ ਜਾਵੇਂਗੀ ਤੂੰ ਮੁਕਨੀ। ਨਸ਼ੇ ਦੀ ਬੋਤਲੇ ਵਾਹ, ਬਹੁਤ ਅੱਛਾ। ਤਾੜੀਆਂ ਮਾਰੋ ਵੀ ਹੋਰ। ਅੱਛਾ, ਮੈਂ ਜਿੰਨੀ ਵਾਰੀ ਤੁਹਾਡੇ ਕੋਲ ਤੁਹਾਡਾ ਇੰਟਰਵਿਊ ਕਰਨਾ ਜਾਂ ਤੁਹਾਨੂੰ ਮਿਲਣਾ, ਮੈਨੂੰ ਤੁਹਾਡੀਆਂ ਸਾਰੀਆਂ ਗੱਲਾਂ ਦਾ ਹੀ ਬਹੁਤ ਮਜ਼ਾ ਆਉਂਦਾ। ਮੇਰਾ ਬਾਰ-ਬਾਰ ਸੁਣਨ ਨੂੰ ਕਿਉਂ ਜੀ ਕਰਦਾ? ਬਾਰ-ਬਾਰ ਸੁਣਨ ਨੂੰ ਦਿਲ ਨਹੀਂ ਕਰਦਾ। ਤੈਨੂੰ ਬੰਦਾ ਹੋਰ ਕੋਈ ਨਹੀਂ ਲੱਭ ਰਿਹਾ। ਤੂੰ ਤਾਂ ਇੱਧਰਲੇ ਪਾਸੇ ਮੂੰਹ ਚੁੱਕ ਲੈਣਾ ਕਿ ਯਾਰ ਹਫਤੇ ਦੇ ਵਿੱਚ ਕੋਈ 4-5 ਤੇ ਕੱਢੀਏ ਨਾ। ਸ਼ਾਹਰੁਖ ਖਾਨ ਦੀ ਕਾਪੀ ਹੋਈ ਹੈ। अंजलि हम एक बार जीते हैं, एक बार मरते हैं, शादी भी एक बार और प्यार भी एक बार। अंजलि अच्छा जी, मती जी, हम कौन बनेगा करोड़पति में आपका स्वागत करते हैं और हम आपसे एक सवाल करते हैं
कि ऐसे 10 फलों का नाम बताएं जो आप एक ही सांस में बता सकती हैं। आपको शीरमतियाँ बेटियाँ सीधियाँ वो भी कहो अमिताभ जी हमको बहुत अच्छा लगा आपके शो में आके, हम आपको ऐसे 10 फलों का नाम बताएंगे जो एक सांस में बताएंगे। और आप बताइए श्रीमती जी, एक केला, एक सेब, 8 किलो। बड़ी बड़ी शख्सियत हुई अमिताभ बच्चन को, छोटी गल। क्या बात, ਬਹੁਤ ਵੱਡੇ ਲੋਕ। ਬਹੁਤ ਅੱਛਾ, ਵੱਡੇ ਫਨਕਾਰ। ਕੱਦ ਉਹਨਾਂ ਦਾ ਇੰਨਾ ਉੱਚਾ ਕਿ ਉਹਨਾਂ ਦੇ ਹੱਥੋਂ ਬੱਚਾ ਡਿੱਗ ਕੇ ਫੌਤ ਹੋ ਜਾਂਦਾ। ਆਹੋ ਯਕੀਨ ਮੰਨੋ, ਫਿਲਮ ਬਣਾਉਂਦਾ ਹੋਵੇ ਤੇ ਕੈਮਰਾਮੈਨ ਨੂੰ ਪੌੜੀ ਲਾਉਣੀ ਪੈਂਦੀ। ਏਡਾ ਵੱਡਾ ਕੱਦ ਤੇ ਚੱਲਦੇ ਜਾਤ ਨੂੰ ਕਹਿੰਦਾ ਤੂੰ ਤੇ ਦੁਬਈ ਜਾਣਾ ਹੈ। हमको शराबी बनाने में किसका हाथ है? तुम्हारा हाथ है डैडी। याद है जब बचपन में हम बीमार पड़ जाया करते थे तो तुम कहा करते थे मुंशी जी इसको 2 चम्मच ब्रांडी के पिला दो और सुला दो। अगर वो ना पिलाए होते तो आज हम शराबी ना होते डैडी, आज हम शराबी ना होते। ਹਾਏ ਹਾਏ ਹਾਏ, ਬਹੁਤ ਅੱਛਾ। ਕਲੈਪ ਹੋਣੀ ਚਾਹੀਦੀ ਆਪ ਖੋਲ ਕੇ ਵਿੱਕੀ ਭਾਈ ਆ ਕੇ। ਵਿੱਕੀ ਭਾਈ ਸਾਡਾ ਮੈਨੂੰ ਤੁਹਾਡਾ ਸਭ ਤੋਂ ਅੱਛਾ ਟੌਨ ਲੱਗਦਾ ਜਾਂ ਗਾਣਾ ਲੱਗਦਾ ਔਰ ਰਫੀ ਸਾਹਿਬ ਦਾ। आहा बन सवर के निकले आए सावन का जब जब महीना, हर कोई ये समझे होगी वो कोई चंचल हसीना। पूछो तो कौन है वो रुत ये सुहानी है, मेरी महबूबा मेरी जिंदगानी है, मेरी महबूबा। ਵਾਹ ਵਾਹ, ਬਹੁਤ ਅੱਛਾ। ਮਾਰ ਦਿਓ ਤਾੜੀ ਟੁੰਡੇ ਜੇ ਤੁਸੀਂ ਯਾਰ। ਇੱਕ ਮਿੰਟ ਖਲੋ ਜਾ ਚਦਰਾਣੀਏ, ਇੱਕ ਮਿੰਟ ਖਲੋ ਜਾ। ਓਏ ਕਿੱਧਰ ਆਇਆ ਤੂੰ? ਓਏ ਸਾਦਾ ਚੌਧਰੀ, ਆਜ਼ਾਦਾ ਨਾਈ ਤੇ ਚੌਧਰੀ ਨੂੰ ਜੱਫੇ, ਕਿੱਧਰ ਆਇਆ ਤੂੰ? ਉਹ ਮੈਂ ਤੇਰੇ ਕੋਲੋਂ ਤੇਰੀ ਧੀ ਦਾ ਰਿਸ਼ਤਾ ਮੰਗਣ ਆਇਆ ਵਾਂ। ਉਹ ਮੈਂ ਤੈਨੂੰ ਕੁੱਤੇ ਪਵਾ ਦਿਆਂਗਾ। ਓਏ ਕੁੱਤਿਆਂ ਦੀ ਗੱਲ ਨਾ ਕਰ ਓਏ, ਮੈਨੂੰ ਵਾਹ ਵਾਹ ਕਰ। ਓਏ ਮੈਨੂੰ ਪਿਚਕਾਰ, ਓਏ ਮੈਨੂੰ ਪੋ 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 ਕਰ। ਓਏ ਅੱਜ ਤੇ ਮੈਂ ਆ ਭਲਕਾਇਆ ਕੁੱਤਾ ਬਣ ਕੇ ਤੇਰੇ ਕੋਲ ਆਇਆ ਵਾਂ। ਓਏ ਯਕੀਨ ਕਰ ਜੇ ਮੈਨੂੰ ਤੂੰ ਰਿਸ਼ਤਾ ਨਾ ਦਿੱਤਾ ਤੇ ਤੇਰੀ ਕੁੜੀ ਵੀ ਉਸੇ ਤਰ੍ਹਾਂ ਨੱਸ ਜਾਏਗੀ ਜਿਵੇਂ ਇਹ ਨੱਸੀ ਸੀ। ਓਏ ਤੇ ਕੁੱਤੇ ਛੱਡ ਦਿਓ। ਓਏ ਓਏ ਅੱਬਾ ਤੈਨੂੰ ਕਿਹਨੇ ਪਾੜਿਆ? ਉਹ ਮੈਨੂੰ ਕੁੱਤਿਆਂ ਪਾੜਿਆ। ਉਹ ਮੈਨੂੰ ਸਮਝ ਨਹੀਂ ਆਉਂਦੀ ਓਏ, ਮੈਂ ਡੰਟੋਲ ਕਿਹਦੇ ਤੇ ਲਾਉਣਾ ਤੇ ਮਲਮ ਕਿਹਦੇ ਤੇ ਲਾਉਣੀ ਆ। ਚੌਧਰੀ ਨੇ ਰਿਸ਼ਤਾ ਦੇਣ ਤੋਂ ਇਨਕਾਰ ਕਰ ਦਿੱਤਾ। ਨਹੀਂ ਬਾਬਾ, ਓਏ ਐਸ ਪੁੱਤਰ ਓਏ, ਉਹ ਮੈਂ ਤੇ ਰੱਖ ਦਿਆਂਗਾ ਮੁੰਨ ਕੇ। ਓਏ ਤੂੰ ਮੁੰਨ ਕੇ ਰੱਖ, ਭੂਤ ਨਹੀਂ ਦਿਆ ਉਹਨੇ ਸਾਨੂੰ ਤੁੰਨ ਕੇ ਰੱਖ ਦਿੱਤਾ। ਲੋਕ ਤੁਹਾਡੇ ਨਾਲ ਬਹੁਤ ਲਵ ਕਰਦੇ ਆ, ਤੁਹਾਡੇ ਨਾਲ ਪਿਆਰ ਕਰਦੇ ਆ, ਬੜੀ ਮੁਹੱਬਤ ਕਰਦੇ ਆ। ਮੈਂ ਆਪ ਤੁਹਾਡੇ ਨਾਲ ਬੜੀ ਮੁਹੱਬਤ ਕਰਨਾ ਹੈ। ਮੈਂ ਸਰਦਾਰ ਸਾਹਿਬ ਦੀ ਇੱਕ ਲਈ ਸੀ, ਤੁਹਾਡੀਆਂ 5 ਲਈਆਂ ਜੀ। ਉਹਨਾਂ ਮੈਨੂੰ ਮਾਫ ਕਰ ਦਿਓ, ਮੇਰੇ ਨਿੱਕੇ ਨਿੱਕੇ ਬੱਚੇ ਹੀ ਹੋਏ ਆਫਤ। ਅੱਛਾ ਜੀ, ਤੁਸੀਂ ਬੜੇ ਛੋਟੇ ਫੇਮਸ ਹੋ ਗਏ। ਇਬਰਾਰੁਲ ਹੱਕ ਸਾਹਿਬ ਨੇ ਕੱਲ ਤੁਹਾਡਾ ਇੰਟਰਵਿਊ ਕੀਤਾ। ਅਬਰਾਰ ਸਾਹਿਬ ਦਾ ਜੀ ਮੈਂ ਬਹੁਤ ਵੱਡਾ ਫੈਨ ਆ ਅਸੀਂ ਵੀ ਉਹਨਾਂ ਦੇ ਫੈਨ ਹੋਏ। ਤੇ ਅਬਰਾਰ ਸਾਹਿਬ ਨੇ ਜੀ ਕੱਲ ਬੜੀ ਰਿਸਪੈਕਟ ਦਿੱਤੀ ਏ। ਉਹਨਾਂ ਨੂੰ ਸਮਝਾ ਦਿੰਦੇ, ਅੱਗੇ ਤੋਂ ਨਹੀਂ ਦਿੰਦੇ। ਬੜੀ ਇੱਜ਼ਤ ਕੀਤੀ ਉਹਨਾਂ ਨੇ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਤੁਹਾਨੂੰ ਕਦੀ ਕਿਸੇ ਨਾਲ ਮੁਹੱਬਤ ਹੋਈ? ਕਹਿੰਦੇ ਨਹੀਂ। ਮੈਂ ਕਿਹਾ ਤਦੇ ਤੁਸੀਂ ਇੱਕ ਥਾਂ ਤੇ ਨਹੀਂ ਖਲੋਤੇ। 96 ਚ ਬਿੱਲੋ ਨਾ, 98 ਚ ਪ੍ਰੀਤੋ ਨਾ, 2000 ਚ ਪ੍ਰਵੀਨ ਨਾ। ਮੈਂ ਕਿਹਾ ਸਾਡੀਆਂ ਬੁੜੀਆਂ ਨੇ ਤਾਂ ਨਾਂ ਹੀ ਰੱਖਣੇ ਬੰਦ ਕਰਤੇ। ਨਾ ਨਹੀਂ ਬਿੱਲੋ ਨਾ ਰੱਖਣਾ। ਬਰਾਰ ਕਹਿੰਦਾ ਇਹੀ ਜਾਣਾ ਬਿੱਲੋ ਦੇ ਘਰ। ਅੱਛਾ ਭਾਜੀ, ਬੰਦਾ ਘਰ ਜਾਂਦੇ ਇੰਜ ਦਾ ਮੂੰਹ ਪਰੇਸ਼ਾਨ ਕਿਉਂ ਬਣਾਉਂਦਾ ਕਿ ਬੀਵੀ ਕੋ ਹੋਰ ਅੱਗੋਂ ਕੰਮ ਨਾ ਕਹਿ ਦੇ? ਉਹ ਪਰੇਸ਼ਾਨੀਆਂ ਬੜੀਆਂ, ਘਰ ਦੀਆਂ ਪਰੇਸ਼ਾਨੀਆਂ, ਇੰਨੇ ਕੁ ਖਰਚੇ ਵੱਧ ਗਏ ਨੇ ਕਿ ਬੰਦਾ ਸੋਚ ਨਹੀਂ ਸਕਦਾ। ਅੱਛਾ ਜੀ। ਹਾਂਜੀ, ਤੇ ਤਾਂ ਕਰਕੇ ਬੰਦਾ ਮੂੰਹ ਬਣਾਉਂਦਾ ਕਿ ਬੇਗਮ ਕੋ ਖਰਚਾ ਨਾ ਪਾ ਦੇ। ਕੋਈ ਨਾ ਖਰਚਾ ਪਾ ਦੇ, ਕੋਈ ਪਤਾ ਨਹੀਂ ਲੱਗਦਾ ਖਰਚਾ ਕਿੰਨੇ ਕੁ ਆ ਜਾਂਦੇ ਨੇ। ਬੰਦਾ 1000 ਤੇਰੇ ਤੋਂ ਲੱਗਦਾ ਤੁਸੀਂ ਖਰਚੇ ਤੇ ਕਾਫੀ ਥੱਲੇ ਹੋ। ਹਾਂਜੀ, ਹੈਂ? 1000 ਰੁਪਇਆ ਖਰਚਾ ਹੁੰਦਾ ਤੇ ਮੰਗਦੀ 1500 ਕਿੱਥੋਂ ਲਿਆਈਏ? ਯਾਨੀ 500 ਰੁਪਏ ਭਾਬੀ ਅੱਗੇ ਹੈ ਤੁਹਾਡੇ ਨਾਲੋਂ। ਹਾਂਜੀ, ਉਹ ਪਤਾ ਹੀ ਨਹੀਂ ਲੱਗਦਾ ਖਰਚੇ ਦਾ। 1000 ਰੁਪਇਆ ਲਿਆਓ ਤਾਂ ਪਤਾ ਹੀ ਨਹੀਂ ਚੱਲਦਾ ਮਹਿੰਗਾਈ ਘਰ ਇੰਨੀ। ਜਾਂਦੇ ਮੂੰਹ ਬਣਾਉਂਦੇ ਹੋ ਕਿ ਬੇਗਮ ਕੁਛ ਕਵੇ ਨਾ। ਸਾਰੀ ਗੱਲ ਮੂਡ ਤਾਂ ਬਣਿਆ ਹੁੰਦਾ, ਅਕਸਰ ਬਣਿਆ ਹੁੰਦਾ ਕਿ ਵੀ ਕੋਈ ਮਸਲਾ ਹੀ ਨਾ ਬਣ ਜਾਏ। ਤੁਹਾਡਾ ਮੂੰਹ ਤੁਸੀਂ ਖੁਸ਼ਹਾਲ ਵੀ ਹੋ ਤੇ ਲੱਗਦਾ ਤੁਹਾਡਾ ਮੂੰਹ ਬਣਿਆ ਹੈ। ਹਾਂਜੀ, ਇਹਦੀ ਕੀ ਵਜ੍ਹਾ ਹੈ? ਉਹ ਬਸ ਅੱਲਾ ਵੱਲ ਹੀ ਇੰਝ ਹੋ ਜਾਂਦਾ, ਘਰ ਜਾਣ ਨਾਲ ਹੀ ਪਤਾ ਲੱਗਦਾ ਕਿ ਕੋਈ ਪਤਾ ਹੀ ਨਹੀਂ ਚੱਲਦਾ। ਥੈਂਕ ਯੂ ਸਰ। ਭਾਜੀ, ਇਹ ਬੰਦਾ ਘਰ ਜਦੋਂ ਜਾਂਦਾ ਤੇ ਬਾਹਰੋਂ ਇੰਜ ਦਾ ਮੂੰਹ ਬਣਾ ਕੇ ਘਰ ਕਿਉਂ ਜਾਂਦਾ ਕਿ ਭਾਬੀ ਕੋ ਹੋਰ ਖਰਚਾ ਨਾ ਦੱਸ ਦਿਓ? ਭਾਈਜਾਨ ਪਰੇਸ਼ਾਨੀ ਇੰਨੀ ਆ ਕਿਉਂਕਿ ਉਹ ਪਹਿਲੇ ਹੀ ਪਰੇਸ਼ਾਨੀ ਬਣ ਜਾਂਦੀ। ਉਹ ਪਹਿਲੇ ਹੀ ਸੋਚਦਾ ਜਾਂਦਾ ਮੈਂ ਘਰ ਜਾਵਾਂ ਤੇ ਮੇਰਾ ਬਣਨਾ ਕੀ ਹੈ। ਜਿੱਥੇ ਉਹਨੇ 6 ਵਜੇ ਜਾਣਾ ਹੁੰਦਾ ਵਿਚਾਰੇ ਨੂੰ ਰਾਤ 10 ਵਜੇ ਜਾਂਦਾ, ਚੱਲ ਸੌਂ ਜਾਵਣ ਮੇਰੇ ਸਕੂਨ ਨਾਲ ਜਾ ਕੇ ਬਹਿ ਜਾਵਾਂਗਾ। ਉਹ ਘਰ ਪਿੱਛੋਂ ਜਾਂਦੇ ਖਰਚੇ ਪਹਿਲੋਂ ਦੱਸ ਦਿੰਦੇ ਨੇ। ਉਹ ਫਿਰ ਮੁੜ ਕੇ ਫਿਰ ਵਾਪਸੀ ਬਾਹਰ ਆਉਣਾ ਪੈਂਦਾ। ਬਾਹਰ ਥੜੇ ਤੇ ਬਹਿ ਕੇ ਕਿਸੇ ਕੋਲ ਬਹਿ ਕੇ ਸੋਚਣਾ ਪੈਂਦਾ ਵੀ ਹੁਣ ਕਰਨਾ ਕੀ ਹੈ।
ਯਾਨੀ ਕਈ ਬੰਦੇ ਡਰਦੇ ਘਰ ਸੌਂਦੇ ਵੀ ਨਹੀਂ ਕਿ ਭਾਬੀ ਖਾਬ ਚ ਆ ਕੇ ਨਾ ਕਵੇ ਫਲਾਣੀ ਸ਼ੈ ਫੜ ਲਿਓ। ਭਾਬੀ ਦਾ ਵੀ ਕਸੂਰ ਨਹੀਂ ਜੀ, ਘਰ ਮਜਬੂਰੀਆਂ ਹੀ ਇੰਨੀਆਂ ਕੁ ਬਣ ਗਈਆਂ, ਘੁੰਮਣ ਦੇ ਇੰਨਾ ਕੁ ਕਰ ਦਿੱਤਾ ਹੈਗਾ ਕਿ ਉਹ ਜਿਹੜਾ ਬੰਦਾ ਜਾਂਦਾ ਉਹ ਐਸਟੀਮੇਟ ਲਾ ਕੇ ਜਾਂਦਾ ਕਿ ਮੈਨੂੰ ਅੱਜ 1000 ਰੁਪਇਆ ਲੱਭਾ ਤੇ 1000 ਮੈਂ ਜਾ ਕੇ ਐਡਜਸਟ ਕਰਨਾ, ਜਦੋਂ ਘਰ ਜਾਂਦਾ ਉਹ ਘਰ ਖਰਚਾ ਹੁੰਦਾ 1500 ਦਾ। ਉਹ ਬੁੱਢੀ ਐਸੀ ਗੱਲ ਸੁਣਾਉਂਦੀ ਏ ਕਿ ਉਹ ਬੰਦੇ ਨੂੰ ਨੀਂਦ ਜਿਹੜੀ ਆਈ ਹੁੰਦੀ ਉਹ ਵੀ ਉੱਡ ਜਾਂਦੀ, ਉਹ ਕਹਿੰਦਾ ਮੈਂ ਬਾਹਰ ਹੀ ਚਲਾ ਜਾਂਦਾ, ਚੰਗਾ ਬਾਹਰ ਹੀ ਕੋਈ 2 ਘੰਟੇ ਗੁਜ਼ਾਰ ਕੇ ਟਾਈਮ ਗੁਜ਼ਾਰ ਕੇ ਤੇ ਫੇਰ ਹੀ ਘਰ ਆਵਾਂਗਾ, ਇਹ ਨਾ ਹੋਵੇ ਕਿਤੇ ਘਰੋਂ ਜੁੱਤੀਆਂ ਹੀ ਪੈ ਜਾਣ। ਬਹੁਤ ਸ਼ੁਕਰੀਆ ਤੇ ਕਿਦਾਂ ਦਾ ਲੱਗਾ ਤੁਹਾਨੂੰ ਸਾਡਾ ਅੱਜ ਦਾ ਵੀਡੀਓ? ਜੇ ਚੰਗਾ ਲੱਗਾ ਤੇ ਚੈਨਲ ਨੂੰ ਲਾਈਕ ਕਰੋ, ਸ਼ੇਅਰ ਕਰੋ ਤੇ ਘੰਟੀ ਤੇ ਅੰਗੂਠਾ ਜ਼ਰੂਰ ਮਾਰਿਆ ਕਰੋ। ਇਦਾਂ ਹਰ ਵੀਡੀਓ ਸਾਡਾ ਤੁਹਾਡੇ ਕੋਲ ਪਹੁੰਚਿਆ ਕਰੂ। ਹੱਸਦੇ ਰਹੋ, ਮੁਸਕਰਾਉਂਦੇ ਰਹੋ, ਸਲਾਮਤ ਰਹੋ ਤੇ ਵੇਖਦੇ ਰਹੋ ਫਨਕਾਰੀਆਂ।